ਪ੍ਰੈਸ ਮੀਡੀਆ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਤੇ ਮੇਰੀ ਮੀਟਿੰਗ ਦੱਸੀ ਗਈ ਹੈ ਕਿ ਮੇਰੇ ਉਹ ਘਰ ਆਏ ਨੇ, ਇਹ ਮੈਂ ਇਸ ਨੂੰ ਡਿਨਾਈ ਕਰਨਾ। ਦੇयर हैज़ बीन नो ਮੀਟਿੰਗ ਅਜੇ। ਨੰਬਰ 2, ਇਹ ਸਾਡੀ ਪਾਰਟੀ ਦੇ ਮੁੱਖ ਮੰਤਰੀ ਨੇ, ਕਿਸੇ ਟਾਈਮ ਉਹ ਆਉਣਾ ਚਾਹਣ ਹੀ ਵੁੱਡ ਬੀ ਮੋਸਟ ਵੈਲਕਮ। ਇਹ ਉਹਨਾਂ ਦਾ ਆਪਣਾ ਘਰ ਹੈ, ਅਸੀਂ ਇੱਕੋ ਪਾਰਟੀ ਦੇ ਵਿੱਚ ਹਾਂ। ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਮੇਰੀ ਕੋਈ ਪਰਸਨਲ ਵਿਰੋਧਤਾ ਹੈ। ਸਾਡੀ ਜਿਹੜੀ 4.5 ਸਾਲ ਅਜੇ ਤੱਕ ਵਿਰੋਧਤਾ ਚੱਲੀ ਉਹ ਡਿਫਰੈਂਸ ਆਫ ਓਪੀਨੀਅਨ ਹੈ। ਕੁਝ ਗਵਰਨਮੈਂਟ ਦੀ ਫੰਕਸ਼ਨਿੰਗ ਤੇ ਹੈ, ਕੁਝ ਚੀਜ਼ਾਂ ਜਿਹਨੂੰ ਮੈਂ ਤੇ ਬਹੁਤ ਸਾਰੇ ਸਾਡੇ ਕਾਂਗਰਸਮੈਨ ਸਟਰੋਂਗਲੀ ਫੀਲ ਕਰਨ। ਮੈਂ ਫੇਰ ਦੁਹਰਾਉਣਾ ਚਾਹੁੰਦਾ, ਮੇਰਾ ਮੈਂ ਹੀ ਨਹੀਂ, ਸਾਡੇ ਮੈਂਬਰਸ ਆਫ ਪਾਰਲੀਮੈਂਟ, ਉਹਨਾਂ ਦੀ ਕਬੀਨਾ ਦੇ ਮਿਨਿਸਟਰਸ, ਬਹੁਤ ਸਾਰੇ ਸਾਡੇ ਪ੍ਰੈਜ਼ੈਂਟ ਸਿਟਿੰਗ MLAs ਤੇ ਸਾਡਾ ਜਿਹੜਾ ਵਾਸਟ ਕਾਂਗਰਸ ਦਾ ਕਾਡਰ ਹੈ, ਪਿੰਡੋਂ ਪਿੰਡ ਬੈਠਾ, ਸ਼ਹਿਰੋਂ ਸ਼ਹਿਰ, ਕਸਬਿਆਂ 'ਚ ਬੈਠਾ, ਉਹ ਇਹ ਮਹਿਸੂਸ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜੇ ਵਾਅਦੇ ਕੀਤੇ ਨੇ, ਸਪੈਸ਼ਲੀ ਉਹ ਵਾਅਦੇ ਜਿਹੜੇ ਗੁਰੂਆਂ ਨਾਲ ਹੋਏ ਵਾਅਦੇ, ਉਹਨਾਂ ਨੂੰ ਅਸੀਂ ਜਲਦੀ ਦੇ ਵਿੱਚ ਪੂਰਾ ਕਰੀਏ। ਸਾਰਿਆਂ ਨੂੰ ਪਹਿਲਾਂ ਤਾਂ ਤੁਹਾਨੂੰ ਪਤਾ ਜਿਹੜਾ ਹੈ ਉਹ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਿਸ ਨੇ ਤੇ ਸਬਸੀਕੁਐਂਟ ਕੇਸਿਸ ਜਿਹੜੇ ਫਾਇਰਿੰਗ ਦੇ ਹੋਏ ਨੇ, ਉਹਦੇ ਵਿੱਚ ਜਿਹੜੇ ਲੋਕਾਂ ਨੇ ਫਾਇਰਿੰਗ ਕਰਵਾਈ ਹੈ, ਜਿਨ੍ਹਾਂ ਦੇ ਹੁਕਮਾਂ ਨਾਲ ਫਾਇਰਿੰਗ ਜਾਰੀ ਕੀਤੀ ਗਈ ਹੈ, ਸਮੁੱਚਾ ਪੰਜਾਬ ਚਾਹੁੰਦਾ, ਸਾਰਾ ਜਗਤ ਚਾਹੁੰਦਾ ਤੇ ਕਾਂਗਰਸ ਦੀ ਸਾਰੀ ਪਾਰਟੀ ਚਾਹੁੰਦੀ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਦੇ ਖਿਲਾਫ ਚਲਾਨ ਪੁੱਟਅਪ ਕੀਤੇ ਜਾਣ, AG ਦਾ ਆਫਿਸ ਇਹਨੂੰ ਵੈਟ ਕਰੇ ਤੇ ਇਹਨਾਂ ਤੇ ਕਾਰਵਾਈ ਜਿਹੜੀ ਹੈ ਸੈਸ਼ਨ ਜੱਜ ਫਰੀਦਕੋਟ 'ਚ ਇਮੀਡੀਏਟਲੀ ਸ਼ੁਰੂ ਹੈ। ਸਾਡੀ ਮੰਗ ਹੈ ਕਿ ਮਹੀਨੇ ਦੇ ਵਿੱਚ ਕੰਪਲੀਟ ਕੀਤਾ ਜਾਏ। 45 ਦਿਨ ਅੱਗੇ ਦਿੱਤੇ ਸੀ, 15 ਕੁ ਦਿਨ ਹੋ ਚੁੱਕੇ ਨੇ, ਮਹੀਨੇ ਦਾ ਇੱਕ ਟਾਈਮ ਰਹਿੰਦਾ ਪਹਿਲਾ ਹੈ। ਦੂਜਾ ਇਹ ਹੈ ਕਿ ਆਨਰੇਬਲ ਹਾਈ ਕੋਰਟ ਦੇ ਵਿੱਚ ਜਿਹੜੇ 2 ਲਿਫਾਫੇ ਪਏ, ਜਿਹਦੇ ਵਿੱਚ ਕੁਝ ਪੋਲੀਟੀਸ਼ੀਅਨਾਂ ਦੇ ਨਾਂ ਨੇ, ਕੁਝ ਪੁਲਿਸ ਅਫਸਰਾਂ ਦੇ ਨਾਂ ਨੇ, ਕੁਝ ਇੰਟਰਨੈਸ਼ਨਲ ਸਮਗਲਰਾਂ ਦੇ ਨਾਂ ਨੇ, ਕੁਝ ਹਿੰਦੁਸਤਾਨ ਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਤਸਕਰੀ ਕਰਨ ਵਾਲੇ ਲੋਕਾਂ ਦੇ ਨਾਂ ਨੇ। ਉਹ ਲਿਫਾਫੇ ਜਿਹੜੇ ਨੇ ਐਡਵੋਕੇਟ ਜਨਰਲ ਨੂੰ ਆਦੇਸ਼ ਦਿੱਤੇ ਜਾਣ, ਹਾਈ ਕੋਰਟ ਦੇ ਵਿੱਚ ਪੇਸ਼ ਹੋਏ ਤਾਂ ਲਿਫਾਫੇ ਖੋਲੇ ਜਾਣ ਤੇ ਉਹਨਾਂ ਦੀ ਸਾਰਿਆਂ ਨੂੰ ਪਹਿਲੇ ਤੇ ਸਮੁੱਚੇ ਪੰਜਾਬ ਨੂੰ ਪਤਾ ਲੱਗੇ ਕਿ ਕੌਣ ਉਹ ਬੰਦੇ ਨੇ ਜਿਨ੍ਹਾਂ ਨੇ ਇੱਕ ਪੀੜ੍ਹੀ ਸਾਡੀ ਪੰਜਾਬ 'ਚ ਤਬਾਹ ਕਰ ਦਿੱਤੀ। ਇਹ 2 ਚੀਜ਼ਾਂ ਸਾਡੀਆਂ ਮੁੱਖ ਮੰਗਾਂ ਨੇ, ਅੱਜ ਵੀ ਨੇ, ਕੱਲ੍ਹ ਵੀ ਸਨ ਤੇ ਹਮੇਸ਼ਾ ਹੀ ਰਹਿਣਗੀਆਂ ਕਿ ਜਲਦੀ ਤੋਂ ਜਲਦੀ ਇਹ ਕੰਮ ਕੀਤਾ। ਉਸ ਤੋਂ ਬਾਅਦ ਜਿਹੜੇ ਸਾਡੇ ਇਲੈਕਸ਼ਨ ਪ੍ਰੋਮਿਸਿਸ, ਦੇਖੋ ਮੈਂ ਅੱਜ ਵੀ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਸਾਡੇ ਜਿਹੜੇ ਅੱਜ ਬੇਰੁਜ਼ਗਾਰ, ਮੈਂ ਸੁਣਿਆ ਇਹਦੇ ਵਿੱਚ ਕਿ ਮਿਊਨਿਸਪੈਲਿਟੀਆਂ 'ਚ ਕੰਮ ਕਰਨ ਵਾਲੇ ਬਹੁਤ ਸਾਰੇ ਸਾਡੇ ਸਫਾਈ ਜਿਹੜੇ ਸੇਵਕ ਨੇ, ਉਹਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ, ਬਹੁਤ ਅੱਛਾ ਕੰਮ ਹੈ। ਮੈਂ ਅਪੀਲ ਕਰਾਂਗਾ ਵਿਸ਼ੇਸ਼ ਤੌਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਸਾਡੇ ਬੇਰੁਜ਼ਗਾਰ ਟੀਚਰਸ ਨੇ, ਸਾਡੇ ਬੇਰੁਜ਼ਗਾਰ ਉਹ ਬੱਚੇ ਨੇ ਜਿਹੜੇ ਪਿਛਲੇ 8-8 10-10 ਸਾਲ ਤੇ ਕੰਟਰੈਕਟ ਲੇਬਰ ਵਿੱਚ, ਤੁਸੀਂ ਵਾਅਦਾ ਕੀਤਾ ਹੈ ਕਿ ਇਸ ਸਾਲ 'ਚ ਮੈਂ 1 ਲੱਖ ਜੌਬ ਕੱਢਾਂਗਾ। ਮੇਰੀ ਪਹਿਲੀ ਗੁਜ਼ਾਰਿਸ਼ ਹੈ ਕਿ ਜਿਹੜਾ 15-20 ਹਜ਼ਾਰ ਨੌਜਵਾਨ ਬੱਚਾ ਪਿਛਲੇ 8-7 ਸਾਲ ਦਾ ਬੇਰੁਜ਼ਗਾਰ ਹੈ, ਕੰਟਰੈਕਟ ਉਹਦੇ 'ਤੇ ਕੰਮ ਕਰ ਰਿਹਾ, ਸਾਰਿਆਂ ਨੂੰ ਪਹਿਲੇ ਉਹਨਾਂ ਨੂੰ ਅਸੀਂ ਮੌਕਾ ਦੇਈਏ ਸੋ ਦੈਟ ਉਹਨਾਂ ਨੂੰ ਤਜਰਬਾ ਵੀ ਹੋ ਚੁੱਕੇ। ਤੋ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਨੇ। ਸਾਡੇ ਦਲਿਤ ਵੀਰਾਂ ਦੇ ਜਿਹੜੇ ਸਪੈਸ਼ਲੀ ਆ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਸਕੂਲਸ ਦੇ ਕਾਲਜਸ ਦੇ ਜਿਹੜੇ ਵਜ਼ੀਫਿਆਂ ਦਾ ਕੰਮ, ਉਹ ਬਕਾਇਦਾ ਤੌਰ ਉਹਨੂੰ ਐਡਰੈਸ ਕੀਤਾ ਜਾਏ। ਸਾਡਾ ਦਲਿਤ ਵਰਗ, ਸਾਡੀਆਂ ਪਛੜੀਆਂ ਸ਼੍ਰੇਣੀਆਂ ਤੇ ਸਾਡੀ ਸਮੁੱਚੀ ਲੀਡਰਸ਼ਿਪ ਇਹਦੇ ਵਾਸਤੇ ਬਹੁਤ ਉਤਾਵਲੀ ਹੈ ਕਿ ਇਹ ਸੈਕਸ਼ਨ ਜਿਹੜਾ ਸਾਡੀ ਰੀੜ੍ਹ ਦੀ ਹੱਡੀ ਹੈ ਕਾਂਗਰਸ ਦੀ, ਇਹਨਾਂ ਦਾ ਕੰਮ ਕੀਤਾ ਜਾਏ। ਇਹਨਾਂ ਦਾ ਜਲਦੀ ਤੋਂ ਜਲਦੀ ਇਹ ਸਾਰੇ ਕੰਮ ਹੋਣੇ ਚਾਹੀਦੇ ਨੇ ਤੇ ਕਿਸਾਨਾਂ ਦੇ ਨਾਲ ਵੀ ਜੁੜੇ ਹੋਏ ਕੋਈ ਇਹੋ ਜਿਹੀ ਸਟ੍ਰੈਟਜੀਜ਼ ਲਿਆਈਏ, ਇਹੋ ਜਿਹੀ ਪਾਲਿਸੀਜ਼ ਲਿਆਈਏ ਕਿ ਆਂਦੇ ਪੰਜਾਬ ਦੇ ਵਿੱਚ ਨਵੀਂ ਡਿਵਰਸੀਫਿਕੇਸ਼ਨ ਜਿਹੜੀ ਦੂਜੀ ਹਰੀ ਕ੍ਰਾਂਤੀ, ਉਹਨੂੰ ਅਸੀਂ ਕੀ ਤੌਰ ਤਰੀਕਾ ਦੇਣਾ, ਇਹਨਾਂ ਦਿਨਾਂ ਦੇ ਵਿੱਚ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ। ਤੇ ਕਿਸਾਨਾਂ ਵਾਸਤੇ ਵੀ ਮੈਂ ਅੱਜ ਮੰਗ ਕਰੂੰਗਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਤੁਸੀਂ ਪਹਿਲ ਕਦਮੀ ਕਰੋ। ਸਾਰੇ ਮੈਂਬਰਸ ਆਫ ਪਾਰਲੀਮੈਂਟ ਪੰਜਾਬ ਦੇ ਤੁਹਾਡੇ ਨਾਲ ਜਾਂਦੇ ਨੇ, ਸਾਰੀ ਮਿਨਿਸਟਰੀ ਜਾਂਦੀ ਹੈ, ਆਓ ਬੈਠੀਏ ਨਰਿੰਦਰ ਮੋਦੀ ਜੀ ਦੇ ਉੱਥੇ ਸਾਹਮਣੇ ਜਾ ਕੇ ਭਾਵੇਂ ਦਫ਼ਤਰ ਧਰਨਾ ਦੇਣਾ ਪਏ, ਭਾਵੇਂ ਉਹਨਾਂ ਦੇ ਘਰ ਦੇ ਬਾਹਰ ਦੇਣਾ ਪਏ, ਜਿਸ ਤਰ੍ਹਾਂ ਅੱਗੇ ਵੀ ਅਸੀਂ ਵਾਜਪਾਈ ਸਾਹਿਬ ਦੇ ਵੇਲੇ ਇੱਕ ਵਾਰ ਗਏ ਸੀ। ਆਓ ਚੱਲੀਏ। ਪੰਜਾਬ ਦੇ ਕਿਸਾਨ 8-8 7-7 ਮਹੀਨਿਆਂ ਦੇ ਬਾਰਡਰਾਂ ਤੇ ਬੈਠੇ ਨੇ, ਆਪਣੇ ਬੱਚਿਆਂ ਨਾਲ ਬੈਠੇ ਨੇ। ਅਸੀਂ ਤਗੜੇ ਹੋ ਕੇ ਉਹਨਾਂ ਦੀ ਪਿੱਠ ਪਿੱਛੇ ਹੋ ਕੇ ਖਲੋਈਏ।
ਸਾਨੂੰ ਕੋਈ ਵੀ ਜਿਸ ਤਰ੍ਹਾਂ ਉਹ ਆਪਣੇ ਘਰ-ਬਾਰ ਛੱਡ ਕੇ ਬੈਠੇ ਨੇ, ਅਸੀਂ ਵੀ ਆਪਣੇ ਘਰਾਂ-ਬਾਰਾਂ ਨੂੰ ਛੱਡੀਏ ਤੇ ਉੱਥੇ ਜਾ ਕੇ ਉਹਨਾਂ ਦੀ ਮਦਦ ਵਾਸਤੇ ਬੈਠੀਏ। ਸੋ ਇਹ ਮੈਂ ਅੱਜ ਤੁਹਾਡੇ ਜ਼ਰੀਏ ਇੱਕ ਸ਼ਾਰਟ ਜੀ ਪ੍ਰੈਸ ਬਰੀਫਿੰਗ ਦੇ ਵਿੱਚ ਸਾਰੇ ਵੀਰਾਂ ਨੂੰ ਇਹ ਗੱਲ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਅਜੇ ਤੱਕ ਮੁਲਾਕਾਤ ਜਿਹੜੀ ਕਹੀ ਗਈ ਸੀ ਕਿ ਮੇਰੇ ਉਹ ਘਰ ਆਏ ਨੇ, ਇਹ ਤੇ ਕੋਈ ਦਾਵਤ ਦਿੱਤੀ ਗਈ। ਜਿੱਦਣ ਵੀ ਦਾਵਤ ਹੋਏਗੀ ਉਹ ਫਿਰ ਸਾਰਿਆਂ ਸਾਹਮਣੇ ਹੋਏਗੀ। ਦੂਸਰੀ ਗੱਲ ਹੈ, ਕਦੀ ਵੀ ਇਹ ਦਾਵਤ ਦਾ ਮੌਕਾ ਆਏਗਾ ਉਹ ਮੁੱਦਿਆਂ ਨਾਲ ਰਿਲੇਟਡ ਹੋਏਗਾ। ਮੈਂ ਇੱਕ ਤੁਹਾਡੇ ਟੀਵੀ ਚੈਨਲ 'ਤੇ ਇੱਕ ਗੱਲ ਬਹੁਤ ਚੰਗੀ ਤਰ੍ਹਾਂ ਕਲੀਅਰ ਕਰ ਦੇਣਾ ਚਾਹੁੰਦਾ। ਮੈਂ 3 ਮੈਂਬਰੀ ਕਮੇਟੀ ਨੂੰ ਵੀ ਕੀਤੀ ਹੈ ਤੇ ਪਾਰਟੀ ਹਾਈ ਕਮਾਂਡ ਦੇ ਬੜੇ ਸੀਨੀਅਰ ਲੋਕਾਂ ਦਾ ਕੱਲ ਰਾਤ ਵੀ ਮੈਨੂੰ ਫੋਨ ਆਇਆ। ਮੈਂ ਉਹਨਾਂ ਨੂੰ ਕਲੀਅਰ ਕੀਤੀ ਹੈ ਕਿ ਨਾ ਤੇ ਮੈਂ ਕਿਸੇ ਟੌਪ ਪੋਜੀਸ਼ਨ ਤੇ, ਨਾ ਚੀਫ ਮਿਨਿਸਟਰਸ਼ਿਪ ਵਾਸਤੇ, ਨਾ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਵਿੱਚ ਮੈਂ ਕੈਂਡੀਡੇਟ ਹੈ ਨਹੀਂ। ਮੈਂ ਤੇ ਪੰਜਾਬ ਦੀ ਬਿਹਤਰੀ ਵਾਸਤੇ ਤੇ ਕਾਂਗਰਸ ਦੀ ਬਿਹਤਰੀ ਵਾਸਤੇ ਜੋ ਹੁਕਮ ਪਾਰਟੀ ਹਾਈ ਕਮਾਂਡ ਲਾਏਗੀ, ਜੋ ਆਉਂਦੇ ਦਿਨਾਂ ਜੋ ਫੈਸਲਾ ਸੁਣਾਏਗੀ, ਅਸੀਂ ਬਕਾਇਦਾ ਤੌਰ ਸਾਡੇ ਸਿਰ ਮੱਥੇ ਹੋਏਗਾ ਤੇ ਅਸੀਂ ਉਹਦਾ ਬਕਾਇਦਾ ਤੌਰ ਇਮਾਨਦਾਰੀ ਦੇ ਨਾਲ ਉਸ ਨੂੰ ਰੂਪਰੇਖਾ ਜਿਹੜੀ ਹੈ ਉਹਨੂੰ ਨੇਪਰੇ ਚਾੜਾ। ਬਸ ਇੰਨੀ ਮੈਂ ਗੱਲ ਕਹਿਣਾ ਚਾਹੁੰਦਾ। ਇਸ ਤੋਂ ਇਲਾਵਾ ਕੋਈ ਹੁਣ ਇੱਕ ਮਿੰਟ ਵਾਰੀ बाजवा साहब ये कहा जा रहा है, ਤੁਸੀਂ ਵੇਖੋ ਦੋ ਜਗ੍ਹਾ ਤੋਂ अच्छा चलो मैं पूछ लेता हूँ, नवजोत सिंह सिद्धू को लेकर क्या आप मानते हैं कि कैप्टन अमरिंदर सिंह से बड़ी या उनके बराबर की भूमिका उनको मिलनी चाहिए? क्या जो पुराने कांग्रेसी हैं और जो नया पैराशूट से आया है उसको उतनी तरजीह मिलनी चाहिए? देखो, एक मैं आपके सारे चैनल्स के लिए क्लियर बात कर देना चाहूँ। जब सर नवजोत सिंह सिद्धू कांग्रेस में आ रहे थे तो बहुत सारी सीनियर लीडरशिप जो है पंजाब की वो रुकावट भी डाल रही थी, वो चाहती थी वो ना आए। उस टाइम भी साहब प्रगट सिंह जो हमारे एमएलए हैं, हमारे साथी हैं, वो इस बात के गवाह हैं कि मैंने तब भी इंटरवीन किया और मैंने तब इनकी सिफारिश की थी कि ये एक असेट रहेंगे पार्टी के लिए, आप ज़रूर। और मैं मशकूर हूँ, पार्टी हाईकमांड ने मेरा भी मशवरा माना और सर नवजोत सिंह सिद्धू को पार्टी में शामिल किया। वो मेरे भाइयों की तरह अच्छे बुलारे हैं, अच्छी एक छवि रखते हैं। मैं 100% चाहूँगा और पार्टी हाईकमांड भी चाहेगी और कांग्रेस के वर्कर भी चाहते हैं उनको एक अहम रोल ज़रूर पंजाब में दें। मगर इसके साथ साथ मैं एक और क्लैरिटी भी करना चाहता हूँ कि देखिए, एक बात सभी को समझ लेनी चाहिए कि टॉप पोजीशंस पर पहुँचने के लिए कुछ वक्त भी चाहिए। आप पार्टी में आए हो, कुछ टाइम दीजिए और जो भी रोल पार्टी देती आप उस पार्टी को माथे पर समझो, सर माथे पे लेकर उसको निभाएं, सारे इकट्ठे होकर चलें। ये तो आप देखिए कि मैं समझता हूँ कि पार्टी पर हम सारी बात छोड़ें, क्योंकि ये सारी बात 3 मेंबर कमेटी के साथ दूध का दूध और पानी का पानी हो चुका है, क्लैरिटी हो चुकी है क्या वो चाहते हैं। ये मैं बिल्कुल नहीं कहता कि उनको रोल ना दिया जाए, मैं कहता हूँ ज़रूर रोल दिया जाए। मगर जो लॉन्ग टर्म जो लॉयलिस्ट हैं पार्टी के, जिनको 40-45 साल हुए हैं, और विशेष तौर वो लोग जो टकसाली कांग्रेस है, देखो 3 इंग्रेडिएंट्स मैं बहुत दफ़ा अपनी इंटरव्यूज़ में कह चुका हूँ। किसी भी ऑर्गेनाइजेशन को लीड करने के लिए, वो पैरामिलिट्री फोर्सेस हों या आर्म्ड फोर्सेस हों, कोई सियासी दल हो, 3 इंग्रेडिएंट ज़रूरी है। नंबर 1 होता है लॉयल्टी, नंबर 2 होती है सीनियरिटी, नंबर 3 है कैपेबिलिटी। ये तीनों चीज़ जिसमें है उनको मौका दीजिए और इकट्ठे होकर सभी को चलना होगा। कोई कर्नल ओवरनाइट जनरल नहीं बन सकता, आप इतनी बात समझे। बहुत काबिल कोई कर्नल भी होगा, उसको जनरल बनने के लिए कुछ वक्त का इंतज़ार करना होगा। तो इसलिए मैं ये बात कहूँगा, सभी को ये बात हमने पार्टी हाईकमांड पर छोड़ी है। जो उनका फैसला होगा हम आगे भी मानते हैं, अब भी मानेंगे। और मैंने अपनी क्लैरिटी दे दी है, बिल्कुल इस बात साफ तौर पर मैंने ऊपर भी कह दी, मैं किसी पोस्ट के लिए कैंडिडेट नहीं हूँ। जिसको भी आप बनाओगे, जो भी पोजीशन दोगे, हाँ ये मैं ज़रूर, मैंने ऊपर भी बात कही है कि सारे सेक्शंस, इधर हमारे दलित भाई हैं, हमारी बैकवर्ड क्लासेस हैं, हमारे हिंदू भी भाई हैं, हमारा सिख भाईचारा है, उनमें बैकवर्ड क्लासेस हैं, हमारी शेड्यूल कास्ट है, वो सभी को एक प्रोपोर्शनल रिप्रेजेंटेशन पंजाब में देनी बहुत ज़रूरी है। तो इसका ध्यान आप कीजिए। आप फाइनल जो भी इन्होंने चेंजेस करनी पार्टी हाईकमांड लेकर आएगी, वो फेर बदल पार्टी में होगा या कैबिनेट में होगा, ये फैसला तो उन्होंने करना। मगर मेरा ये कहना है कि आप सभी को रोल दीजिए, मगर उसमें सीनियरिटी, कैपेबिलिटी और लॉयल्टी, ये 3 चीज़ें मद्देनजर ज़रूर रखनी चाहिए। राजू साहब, अभी लाली मजीठिया को चेयरमैन बनाया गया है, एक सेकंड, लाली मजीठिया को चेयरमैन बनाया गया है, वहाँ पर सांसद भी आए, सारे मंत्री मौजूद हैं अभी,
और उन्होंने बड़ी खुशी जाहिर की है कि अगर बाजवा साहब की कैप्टन साहब से मुलाकात हुई है तो इससे अच्छा कुछ हो नहीं सकता और पार्टी में अब नहीं जाना आएगी। तो इसको आप किस तरीके से देखते हैं? देखो, ये सारे ही कांग्रेस के वेल विशर्स जो हैं, उसमें पार्टी कार्डर से लेकर ऊपर तक ये चाहते हैं कि इम्पोर्टेंट जितने लोग हैं इनके सिर जुड़े। हम सिर जोड़ने के लिए तैयार हैं, मगर एक बात मैं फिर क्लियर कर दूं कि कुछ चीज़ें ऐसी हैं वो कृपा कर कर आप ठीक कीजिए। कुछ गवर्नमेंट में भी मैं कैप्टन साहब को कहना चाहता हूँ, और कुछ ऑफिसर ऐसे हैं उनको मैं खुद डायरेक्टली भी हाथ जोड़कर गुजारिश करना चाहता हूँ। 4.5 साल आपने लगा लिए भाई, अगर आपसे काम ठीक नहीं हो रहा कृपा कीजिए, इसमें कांग्रेस की और गवर्नमेंट की जो पोजीशन है उसको खराब मत कीजिए, खुद ही छुट्टी ले लीजिए। कुछ ऐसे हैं जो मैं समझता हूँ कॉन्स्टिट्यूशनल पोस्टों के ऊपर ही बैठे हुए हैं, तो आज टाइम है, आप छोड़ दीजिए। 4.5 साल आपने राज कर लिया, 6 महीने रह गए हैं। गवर्नमेंट की जो एक लोगों में छवि है उसको ठीक करने के लिए ज़रूरत है। ऐसे ही पुलिस में है, ऐसे ही एडवोकेट जनरल का ऑफिस है, उनकी बीवी ने कल इस्तीफा दे दिया। ये अच्छा ना होता अगर वो खुद ही दे देते, ये इससे भी और खुशी की बात होती लोगों के लिए, क्योंकि इन दिनों में अगले 6 महीने में जो बहुत सारे इंपॉर्टेंट केसेस हैं वो कचहरी में, जैसे अब ये कोटकपूरा बैबल कलां की ये जो केस है इसकी वेटिंग एजी ऑफिस ने करनी, तो इट वुड हैव बीन मच प्रॉपर कि अगर उनकी बीवी की जगह वो चले जाते तो आज लोग ये समझते कि ये अच्छे, अगर वो वेल विशेस हैं कैप्टन अमरिंदर सिंह जी के, या अगर वो वेल विशेस हैं मौजूदा सरकार के, उनको खुद ही ऐसे जो इरिटेंट्स हैं मिनिस्टर्स के, देखिए कुछ हमारे साथी मिनिस्टर्स हैं, वो कुछ आदमियों के साथ उनको कुछ अगर कोई तकलीफ है तो उस आदमी को खुद ही समझने की आज ज़रूरत है कि भाई अगर कोई इरिटेंट्स हैं, गवर्नमेंट को और पार्टी को अच्छे ढंग से चलने दिया जाए, छवि इसके सुधारण में खुद भी वो रोल करे, तो भाई इतनी बात है। ਮਾਝੇ ਦੇ ਵਿੱਚ ਜਿਸ ਤਰੀਕੇ ਨਾਲ ਲਾਲੀ ਮਜੀਠੀਆ ਜੀ ਨੂੰ ਇੱਕ ਅਹੁਦਾ ਦਿੱਤਾ, ਜਾਂ ਫਿਰ ਜਿਵੇਂ ਹੁਣ ਆਹ ਖਬਰਾਂ ਤੁਹਾਡੀਆਂ ਆਈਆਂ ਜਿਵੇਂ ਜਿਨ੍ਹਾਂ ਦਾ ਖੰਡਨ ਤੁਸੀਂ ਕੀਤਾ, ਤੁਹਾਨੂੰ ਲੱਗਦਾ ਕਿ ਪ੍ਰੋਪਾਗੈਂਡਾ ਕਈ ਲੋਕ ਕਰ ਰਹੇ ਨੇ, ਉਹ ਕੌਣ ਲੋਕ ਨੇ ਜੇ ਤੁਹਾਡੀ ਨੌਲੇਜ ਹੋਵੇ? नहीं देखो, प्रोपेगेंडा मैं नहीं ये कह सकता। वेलविशर चाहते ने कि हुण मैदान हुण जंग का टाइम आ गया कि सारिया फोर्स सारे जरनैल इकट्ठे की गए, समझते हो ना कि सारा एक पासे कांग्रेस दी फोर्स दूजे पासे दूसरे इकट्ठे हो रहे हैं। बट असी कहने ਅਸੀਂ ਪਾਰਟੀ ਦੀ ਲਾਈਨ ਨੂੰ ਹਮੇਸ਼ਾ ਤੋਂ ਟੋ ਕਰਦੇ, ਬਟ ਜਿਹੜੇ ਮੁੱਦੇ ਕੁਝ ਨੇ ਜਿਹੜੇ ਇਰੀਟੈਂਟਸ ਨੇ ਅੱਜ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇਰੀਟੈਂਟਸ ਨੇ, ਮੈਂ ਸਮਝਦਾ ਕਿ ਅੱਜ ਪੰਜਾਬ ਦੇ ਵਿੱਚ ਬਹੁਤ ਵੱਡੀ ਸੋਸ਼ਲ ਅਨਰੈਸਟ ਸ਼ੁਰੂ ਹੋ ਗਈ। ਇਸ ਸੋਸ਼ਲ ਅਨਰੈਸਟ ਨੂੰ ਅਰੈਸਟ ਕਰਨਾ, ਉਹਨੂੰ ਰੋਕਣ ਦੀ ਬਹੁਤ ਜ਼ਰੂਰਤ ਹੈ। ਉਹ ਰੁਕੇਗੀ ਕਿਸ ਤਰ੍ਹਾਂ ਜੇ ਆ ਇਰੀਟੈਂਟ ਦੂਰ ਹੋਣ। ਹੁਣ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਜਿਹੜਾ ਇੱਕੋ ਸਿੱਖ ਸਟੇਟ ਹੈ ਦੁਨੀਆ ਦੇ ਵਿੱਚ, ਜੇ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਸੀਂ ਲੋਕਾਂ ਨੂੰ ਕਚਹਿਰੀ ਤੱਕ ਨਹੀਂ ਪਹੁੰਚਾ ਸਕਦੇ, ਅੱਗੇ ਤੇ ਕਚਹਿਰੀ ਦਾ ਫੈਸਲਾ ਕਿ ਕਿਸੇ ਨੂੰ ਕੀ ਸਜ਼ਾਵਾਂ ਦੇਣੀਆਂ, ਘੱਟ ਦੇਣੀਆਂ, ਵੱਧ ਦੇਣੀਆਂ, ਕੀ ਕਰਨਾ, ਤਾਂ ਇਹ ਆਪਣੀਆਂ ਨੈਤਿਕ ਜ਼ਿੰਮੇਵਾਰੀਆਂ ਜਿਹੜੀਆਂ ਨੇ ਇਹ ਇਰੀਟੈਂਟ ਛੱਡ ਜਾਣਗੇ, ਗਵਰਨੈਂਸ ਠੀਕ ਹੋ ਜਾਏਗੀ ਬਹੁਤ ਹੱਦ ਤੱਕ। ਇਹ ਜਿਹੜਾ ਅੜਿੱਕਾ ਅਫਸਰ ਪਾ ਰਹੇ ਨੇ, ਕੰਮ ਟਾਈਮ ਸਿਰ ਨਹੀਂ ਹੋਣ ਦੇ ਰਹੇ, ਜੇ ਪਾਸੇ ਹੋ ਜਾਣਗੇ ਤਾਂ ਕਾਫੀ ਹੱਦ ਤੱਕ ਸਾਰੀ ਗੱਲ 'ਚ ਸੁਧਾਰ। कैप्टन साहब ही पार्टी का चेहरा है, ये बात रणदीप सिंह बिट्टू ने अभी थोड़ी देर पहले कही है सर हमारे कैमरे पे, और कई विधायकों ने, कई मंत्रियों ने, कई भारत भूषण आशु हैं, राणा गुरमीत सोनी है। आपकी क्या राय है? कैप्टन साहब ही चेहरा है पंजाब में 2022 के लिए, या किसी और को भी मौका मिल सकता है? देखो, एक मैं बात बिल्कुल क्लियर करना चाहता हूँ, ये फैसला पार्टी हाईकमांड ने, मैंने पहले भी कहा 22 में कौन चेहरा होगा ये पार्टी हाईकमांड ने ही ये अब डिक्लेयर करना, फैसला उन्होंने लेना। अगर हम ही आज बैठे हुए बताते रहेंगे सारा कुछ, तो फिर उनके पास तो कुछ भी नहीं रहा। सिद्धू भी हो सकते हैं सब चेहरा। मैं मेरे मुंह में नाम बट डालो, आप मेरी गुजारिश से आप समझे, इतना कुछ मैंने कथा कर ली है, अगर आपको कथा की समझ ही नहीं आई तो उसका फायदा कुछ। तो मेरी गुजारिश इतनी है कि आप पार्टी हाईकमांड पर छोड़िए, 3 मेंबर कमेटी को हमने सारा निचोड़ निकाल दिया है, और उस निचोड़ का जो फैसला पार्टी हाईकमांड करेगी भाई हम उसको मानने के लिए। बाजा साहब 3 मैंबरी कमेटी ਦੀ ਬਾਜਵਾ ਸਾਹਿਬ ਤੁਸੀਂ 3 ਮੈਂਬਰੀ ਕਮੇਟੀ ਦੇ ਕੋਲ ਜਾਣ ਤੋਂ ਪਹਿਲਾਂ ਗੱਲ ਕਹੀ ਸੀ ਕਿ 45 ਦਿਨਾਂ ਦਾ ਅਲਟੀਮੇਟਮ ਦਿੱਤਾ ਹੈਗਾ, ਤਾਂ ਕੀ ਉਹ ਅਲਟੀਮੇਟਮ ਅਜੇ ਵੀ ਹੈਗਾ ਜਾਂ 110% ਹੈ। 1 ਮਹੀਨਾ ਰਹਿ ਗਿਆ ਉਸ ਅਲਟੀਮੇਟਮ, ਉਸ ਅਲਟੀਮੇਟਮ 'ਚ 1 ਮਹੀਨਾ ਉਹ ਹੈ ਗੁਰੂ ਨਾਲ ਕੀਤੇ ਹੋਏ ਵਾਅਦੇ ਆ, ਹੋਰ ਬਾਕੀਆਂ ਗੱਲਾਂ ਦਾ ਨਹੀਂ, ਗੁਰੂ ਨੇ ਕੀਤੇ ਨਾ ਵਾਅਦੇ ਆ। तो इस गल काਰਨ ਮੈਨੂੰ ਪੂਰਨ ਆਸ ਹੈ ਕਿ ਉਹ ਚੀਜ਼ ਜਿਹੜੀ ਅਸੀਂ ਸਾਹਮਣੇ ਲਿਆਂਦੀ ਹੈ ਉਹ ਨੇਪਰੇ ਵੀ ਚਲੇ।
ਸਾਨੂੰ ਇਸ ਗੱਲ ਦਾ ਆਸ ਹੈ ਤੇ ਤਾਂ ਹੀ ਇਹ ਵੇਖੋ ਸਾਰੇ ਕਾਡਰ ਦਾ ਵੀ ਇਹ ਪ੍ਰੈਸ਼ਰ, ਪਾਰਟੀ ਦਾ ਵੀ ਪ੍ਰੈਸ਼ਰ ਕਿ ਜਲਦੀ ਤੋਂ ਜਲਦੀ ਇਹ ਕੰਮ ਅਸੀਂ ਕਰੀਏ, ਅਸੀਂ ਲੋਕਾਂ ਜਾਣ ਜੋਗੇ ਤੇ ਹੋ ਸਕੀਏ। ਕੈਪਟਨ ਅਮਰਿੰਦਰ ਸਿੰਘ ਤੇ ਬਾਜਵਾ ਇੱਕੋ ਫੇਰ ਦੇ ਵਿੱਚ ਆ ਸਕਦਾ। ਪਾਰਟੀ ਹਾਈ ਕਮਾਂਡ ਦੇ ਹੁਕਮਾਂ ਦੇ ਜਦੋਂ ਜੋ ਪਾਰਟੀ ਹਾਈ ਕਮਾਂਡ ਦਾ ਹੁਕਮ ਆਏਗਾ ਉਹਦੇ ਵਿੱਚ ਸਾਰਿਆਂ ਨੂੰ ਇੱਕੋ ਫਰੇਮ 'ਚ ਆਉਣਾ ਹੀ ਪਏਗਾ। ਹੁਣ ਉਹ ਵੇਖੋ ਕਿ ਫਰੇਮ 'ਚ ਆਉਂਦਾ ਕੌਣ, ਕਿਹੜਾ ਫਰੇਮ ਤੋਂ ਬਾਹਰ ਰਹਿ ਜਾਂਦਾ, ਕਿਹੜਾ ਫਰੇਮ ਦੇ ਵਿੱਚ ਆ ਜਾਂਦਾ, ਇਹ ਫੈਸਲਾ ਤਾਂ ਉੱਤੋਂ ਆਉਣਾ। ਦਿਲ ਦੀ ਇੱਛਾ ਕੀ ਹੈ? ਮੇਰੇ ਦਿਲ ਦੀ ਇੱਛਾ ਇਹ ਹੈ ਕਿ ਵੇਖੋ ਮੇਰੇ ਦਿਲ ਦੀ ਇੱਛਾ ਹੈ ਕਿ ਕਾਂਗਰਸ ਫੇਰ ਜਿੱਤ ਕੇ ਆਣੀ ਚਾਹੀਦੀ ਹੈ। ਜਿਹੜੇ ਕੀਤੇ ਹੋਏ ਲੋਕਾਂ ਨੇ ਵਾਅਦੇ ਉਹ ਨਿਭਾਉਣੇ ਪੈਣਗੇ। ਆਪਣੇ ਕਾਡਰ ਨੂੰ ਇੱਜ਼ਤ ਦੇਣਾ, ਮਾਨ ਦੇਣਾ ਇਹ ਬਹੁਤ ਜ਼ਰੂਰੀ। ਵੇਖੋ ਲਾਲੀ ਮਜੀਠੀਆ ਜੀ ਦੀ ਜਿਹੜੀ ਇਹਨਾਂ ਨੂੰ ਪੋਜੀਸ਼ਨਿੰਗ ਅੱਜ 4.5 ਸਾਲ ਬਾਅਦ ਦਿੱਤੀ, ਲੇਟ ਆਈ ਪਰ ਦਰੁਸਤ ਆਈ। ਲਾਲੀ ਮਜੀਠੀਆ ਇੱਕ ਸਿੰਬਲ ਸੀ ਆਫ ਅ ਫਾਈਟ ਅਗੇਂਸਟ ਅਕਾਲੀ ਦਲਸ ਓਪਰੇਸ਼ਨ ਆਫ 10 ਇਅਰਸ। ਜੇ ਅਸੀਂ ਅੱਜ ਉਹਨੂੰ 4.5 ਸਾਲ ਬਾਅਦ ਦਿੱਤਾ ਹੈ, ਆਉਣਾ ਪਹਿਲੇ ਚਾਹੀਦਾ ਸੀ ਪਰ ਲੇਟ ਆਇਆ। ਮੈਂ ਸਮਝਦਾ ਇਸ ਟਾਈਮ ਕਾਂਗਰਸ ਦਫ਼ਤਰ ਦੇ ਤੇ ਸੀਐਮ ਸਾਹਿਬ ਦੇ ਘਰ ਦੇ ਦਰਵਾਜ਼ੇ ਕਾਂਗਰਸ ਦੇ ਕਾਡਰ ਤੇ ਲੋਕਾਂ ਵਾਸਤੇ ਬਿਲਕੁਲ ਖੁੱਲੇ ਹੋਣੇ ਚਾਹੀਦੇ। ਐਨੀਬਡੀ ਕੈਨ ਵਾਕ ਇਨ, ਕੋਈ ਸਪੈਸ਼ਲ ਆਦਮੀ ਨਹੀਂ, ਕੱਲਾ ਐਮਐਲਏ ਮਿਨਿਸਟਰ ਹੀ ਨਹੀਂ, ਸਾਰਾ ਕਾਡਰ ਕਿਸੇ ਟਾਈਮ ਮਿਲਣਾ ਚਾਹੀਏ। ਸਿਸਟਮ ਇਹੋ ਜਿਹਾ ਆਰਗੇਨਾਈਜ਼ ਕਰ ਦਿਓ ਜਿਸ ਸੀਐਮ ਸਾਹਿਬ ਉੱਥੇ ਅਵੇਲੇਬਲ ਨਹੀਂ, ਦੂਜੇ ਲੋਕ ਅਵੇਲੇਬਲ ਹੋ। ਇਹ ਲੋਕਾਂ ਦੇ ਦਿੱਤੇ ਹੋਏ ਘਰ ਨੇ, ਇਹ ਸਾਡੇ ਪੰਜਾਬ ਦੇ ਲੋਕਾਂ ਦੇ ਵੋਟਰਸ ਦੇ ਦਿੱਤੇ ਹੋਈਆਂ ਇਹ ਸਾਰੀਆਂ ਰਿਸਪੌਂਸਿਬਿਲਿਟੀਜ਼ ਨੇ, ਇਹ ਕਿਸੇ ਦਾ ਪ੍ਰਾਈਵੇਟ ਘਰ ਹੈ। ਤੋ ਇਸ ਗੱਲ ਕਰ ਮੇਰੇ ਮਨ ਦੀ ਇੱਛਾ ਤੇ ਉਹ ਇਸ ਤੋਂ ਬਾਅਦ ਜੋ ਤੁਹਾਨੂੰ ਮੈਂ ਦੱਸਿਆ ਜੋ ਪਾਰਟੀ ਡਿਸਾਈਡ ਕਰੇਗੀ ਵੀ ਵਿਦ ਦੈਟ 5-4 ਦਿਨਾਂ 'ਚ ਫੈਸਲੇ ਆ ਹੀ ਜਾਣ। ਰਾਜਾ ਸਾਹਿਬ ਇੱਦਾਂ ਲੱਗਦਾ ਜਿੱਦਾਂ ਜਿਹੜਾ ਪੁਰਾਣੇ ਕਾਂਗਰਸ ਦੇ ਮੈਨ ਨੇ ਪੰਜਾਬ ਦੇ ਵਿੱਚ ਉਹ ਸਾਰੇ ਇੱਕ ਨੇ, ਯੂਨਾਨੀਮਸ ਨੇ ਇਸ ਚੀਜ਼ ਨੂੰ ਲੈ ਕੇ ਕਿ ਨਵਜੋਤ ਸਿੰਘ ਸਿੱਧੂ ਉਹ ਹੀ ਸ਼ੁਡ ਨਾਟ ਬੀ ਐਟ ਦ ਹੈਲਮ ਆਫ ਪਾਰਟੀ। ਤੁਸੀਂ ਵੀ ਇਹ ਗੱਲ ਕਰ ਰਹੇ ਹੋ, ਰਵਨੀਤ ਸਿੰਘ ਬਿੱਟੂ ਨਹੀਂ ਤੁਸੀਂ ਵੇਖੋ, ਤੁਸੀਂ ਮੇਰੇ ਮੂੰਹ ਸ਼ਬਦ ਨਾ ਪਾਓ। ਮੈਂ ਕਿਤੇ ਨਹੀਂ ਕਿਹਾ ਨਵਜੋਤ ਸਿੰਘ ਸਿੱਧੂ ਨੂੰ ਕੋਈ ਰੋਲ ਨਾ ਦਿਓ। ਤੁਸੀਂ ਇਹ ਹੁਣ ਰਵਨੀਤ ਸਿੰਘ ਬਿੱਟੂ ਕੀ ਕਹਿੰਦੇ ਨੇ ਉਹ ਬਿੱਟੂ ਜੀ ਨੂੰ ਪੁੱਛੋ। ਪ੍ਰਤਾਪ ਸਿੰਘ ਬਾਜਵਾ ਦਾ ਇਹ ਕਹਿਣਾ ਸਾਰੇ ਇੱਕ ਗੁਲਦਸਤੇ 'ਚ ਲੈ ਕੇ ਆਓ, ਬਟ ਉਹ ਗੁਲਦਸਤਿਆਂ ਦੇ ਵਿੱਚ ਇਹ ਵੇਖੋ ਕਿ ਪੁਰਾਣੇ ਫੁੱਲ ਕਿਹੜੇ, ਇਹ ਵੇਖੋ ਜਿਹੜੇ ਲਾਇਲ ਨੇ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੀ ਹੂਤੀ ਦਿੱਤੀ ਔਖੀਆਂ ਘੜੀਆਂ ਦੇ ਵਿੱਚ, ਜਦੋਂ ਕੋਈ ਕਾਂਗਰਸ ਦਾ ਝੰਡਾ ਆਪਣੇ ਕੋਠੇ ਤੇ ਲਾਉਣ ਨੂੰ ਤਿਆਰ ਨਹੀਂ ਸੀ। ਕਿਹੜੇ ਉਹ ਲੋਕ ਨੇ ਜਿਹੜੇ ਪੰਜਾਬ ਦੀਆਂ ਗਲੀਆਂ ਤੇ ਪਿੰਡਾਂ ਦੇ ਵਿੱਚ ਝੰਡਾ ਲੈ ਕੇ ਚੱਲੇ ਨੇ, ਜਿਨ੍ਹਾਂ ਦੇ ਪਰਿਵਾਰ ਬਲੀਦਾਨ ਹੋਏ ਨੇ। ਇੱਥੇ ਅੱਧਾ ਤੋਂ ਦਰਜਨ ਨੂੰ ਵੱਧ 2200 ਆਦਮੀ ਕਾਂਗਰਸ ਦਾ ਵਰਕਰ ਤੋਂ ਲੈ ਕੇ ਉੱਤੋਂ ਤੱਕ ਜਿਨ੍ਹਾਂ ਦੇ ਪਰਿਵਾਰ ਸ਼ਹੀਦ ਹੋਏ। ਹਾਊ ਕੈਨ ਯੂ ਇਗਨੋਰ ਦੋਸ ਫੈਮਲੀਜ਼? ਕੋਰ ਇਸ਼ੂ ਉਹ ਹੈ, ਕੋਰ ਇਸ਼ੂ ਹੈ ਕਿ ਕਾਂਗਰਸ ਦੀ ਆਈਡੀਓਲੋਜੀ ਨਾਲ, ਕਾਂਗਰਸ ਦੀ ਨੀਤੀ ਨਾਲ ਬੱਝੇ ਲੋਕ ਕਿਹੜੇ ਨੇ, ਜਿਹੜੀ ਕਾਂਗਰਸ ਦੀ ਸੋਚ ਨਾਲ ਬੱਝੇ ਉਹਨਾਂ ਨੂੰ ਅੱਗੇ ਲੈ ਕੇ ਆਓ, ਉਹਦੇ ਚੋਂ ਕਿਸੇ ਨੂੰ ਲੈ ਆਓ। ਹਾਂ, ਉਹਦੇ ਦੋ ਚੀਜ਼ਾਂ ਪੱਕੀਆਂ ਵੇਖੋ, ਉਹਦੇ ਵਿੱਚ ਵੀ ਉਹਦੀ ਲਾਇਲਟੀ ਤੇ ਸੀਨੀਅਰਿਟੀ। ਹੁਣ ਇੱਕ 5 ਸਾਲ ਦਾ ਬੱਚਾ ਤੇ ਇੱਕ 50 ਸਾਲ ਦਾ ਹੈ, ਉਹ ਦੋਨਾਂ ਦੇ ਉਮਰ ਦਾ ਤੇ ਸੀਨੀਅਰਿਟੀ ਦਾ ਤੇ ਤਜਰਬੇ ਦਾ ਤੇ ਫਰਕ ਹੋਏਗਾ। ਸਾਹਿਬ ਇੱਕ ਲੰਬੀ ਦੇ ਵਿੱਚ ਵੀ ਪੋਸਟਰ ਲੱਗੇ ਹੈਗੇ ਨੇ, ਪੋਸਟਰ ਬਹੁਤ ਹੀ ਪੰਜਾਬ ਦੇ ਵਿੱਚ ਅਸੀਂ ਦੇਖੀ ਹੈ, ਤੁਹਾਡੇ ਪੋਸਟਰ ਲੱਗਣੇ ਸ਼ੁਰੂ ਹੋ ਗਏ, ਕੈਪਟਨ ਇੱਕ ਹੁੰਦਾ ਦਾ ਪੋਸਟਰ ਲੱਗੇ, ਨਵਜੋਤ ਸਿੰਘ ਸਿੱਧੂ ਦੇ ਲੱਗੇ, ਔਰ ਲੰਬੀ ਦੇ ਵਿੱਚ ਹੁਣ ਇਹ ਮੰਗ ਆ ਰਹੀ ਹੈ ਕਿ ਪ੍ਰਤਾਪ ਬਾਜਵਾ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਣੀ ਚਾਹੀਦੀ। ਇਹ ਜੇ ਕੋਈ ਵਰਕਰ ਆਪਣੇ ਆਪ ਕੋਈ ਮਨੋਂ ਚਾਹੁੰਦੇ ਹੋਣ ਤਾਂ ਉਹਦੇ 'ਚ ਗਲਤ ਕੀ ਹੈ ਜੀ? ਕੈਪਟਨ ਤੇ ਇੱਕ ਹੀ ਹੁੰਦਾ, ਬਟ ਟੀਮ ਦੇ ਵਿੱਚ 10 ਪਲੇਅਰ ਹੋਰ ਵੀ ਹੁੰਦੇ ਨੇ। ਇਹ ਤਾਂ ਕੋਈ ਦੋ ਰਾਏ ਨਹੀਂ ਹੈ। ਜੇ ਕਿਸੇ ਨੇ ਕੋਈ ਖੁਸ਼ੀ ਨਾਲ ਆਪਣੇ ਉਹ ਇੱਕ ਵਰਕਰਸ ਦੇ ਸੈਂਟੀਮੈਂਟਸ ਨੇ, ਜੇ ਕੋਈ ਲੰਬੀ 'ਚ ਲੱਗੇ, ਬਲੋੜ 'ਚ ਲੱਗੇ ਜਾਂ ਕੋਟਕਪੂਰੇ ਲੱਗੇ ਜਾਂ ਜੈਤੋ 'ਚ ਲੱਗੇ ਜਾਂ ਫਰੀਦਕੋਟ 'ਚ ਲੱਗ ਰਹੇ ਨੇ ਜਾਂ ਕਿਤੇ ਅੰਮ੍ਰਿਤਸਰ 'ਚ, ਵਾਟ ਇਜ਼ ਰੋਂਗ? ਕਿਸੇ ਨੇ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਉਹਦੇ 'ਚ ਕੀਤਾ। ਇਹ ਤਾਂ ਵਰਕਰਾਂ ਦੀਆਂ ਆਪਣੇ ਸੈਂਟੀਮੈਂਟਸ ਨੇ। ਇਹ ਤੇ ਤੁਹਾਨੂੰ ਇਸ ਗੱਲ ਨੂੰ ਸਗੋਂ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਪਾਰਟੀ ਅਜੇ ਵੀ ਜਿਉਂਦੀ ਜਾਗਦੀ ਹੈ। ਕੋਈ ਤੁਹਾਡੀ ਫੋਟੋ ਲਾਉਣ ਨੂੰ ਤਿਆਰ ਹੈ, ਕੋਈ ਇਹੋ ਜਿਹਾ ਦਿਨ ਨਾ ਆ ਜਾਏ ਕੋਈ ਤੁਹਾਡੀ ਫੋਟੋ ਲਾਉਣ ਨੂੰ ਹੀ ਤਿਆਰ ਨਾ ਹੋਏ। ਅੱਜ ਘੱਟ ਤੋਂ ਘੱਟ ਪਾਰਟੀ ਦੇ ਵਿੱਚ ਹੈਲਦੀ ਕੰਪੀਟੀਸ਼ਨ ਡੈਮੋਕ੍ਰੇਸੀ 'ਚ ਹਮੇਸ਼ਾ ਚੰਗਾ ਹੁੰਦਾ, ਹੈਲਦੀ ਡੈਮੋਕ੍ਰੇਸੀ, ਐਂਡ ਦੈਨ ਇਟ ਹੈਜ਼ ਟੂ ਬੀ ਡਿਸਪਲਿਨ, ਇਟ ਹੈਜ਼ ਟੂ ਬੀ ਚੈਨਲਾਈਜ਼। ਬਾਈ ਦੀ ਐਂਡ ਆਫ ਦੀ ਡੇ ਪਾਰਟੀ ਹੁਕਮ ਕਰੇਗੀ, ਸਾਰੇ ਇਕੱਠੇ ਹੋ ਗਏ। ਉਹਨਾਂ ਚਿਰ ਆਪਣੀ ਤੁਸੀਂ ਵੇਖਦੇ ਹੋ ਛਿੰਝਾਂ ਲੱਗਦੀਆਂ ਪਿੰਡਾਂ ਦੇ ਵਿੱਚ, ਸਾਰੇ ਭਲਵਾਨ ਜਾਂਦੇ ਨੇ, ਸਾਰੇ ਜ਼ੋਰ ਅਜ਼ਮਾਈ ਕਰਦੇ ਨੇ, ਬਟ ਉਹਦੇ 'ਚ ਹਿੰਦ ਕੇਸਰੀ ਦਾ ਜਾਂ ਜਿਹੜਾ ਉਹਦਾ ਮੇਨ ਗੁਰਜ ਹੁੰਦਾ ਉਹ ਇੱਕ ਅੱਧੇ ਨੂੰ ਹੀ ਮਿਲਦਾ ਹੁੰਦਾ ਜੀ। ਬਾਕੀ ਦੇ ਸਾਰੇ ਆਪਣੀ ਪਰਫਾਰਮੈਂਸ ਕਰਕੇ ਆਉਂਦੇ, ਉਹ ਅਗਲੇ ਸਾਲ ਦੀ ਫੇਰ ਪਰਫਾਰਮੈਂਸ ਵਾਸਤੇ ਤਿਆਰ ਹੁੰਦੇ ਨੇ ਕਿ ਐਤਕੀ ਗੁਰਜ ਜਿਹੜਾ ਮੈਚ ਜਿੱਤਣਾ ਜੀ। तो देयर इज नथिंग रॉन्ग विद तो अभी क्या पार्टी का ये हुक्म है कि इकट्ठे नहीं होना है? हाँ जी, अभी पार्टी का ये फरमान है कहीं से कि अभी इकट्ठे नहीं होना है, जब पार्टी हुक्म करेगी तब इकट्ठे आप होना है। नहीं आप थोड़ा सा ना इनको ये जिस माहौल में ये चल रही है उसी माहौल में रहने दीजिए। पार्टी हमेशा ही चाहती है सारे इकट्ठे हों, मगर एक कांग्रेस में बेहतरीन बात यह है इंटरनल डेमोक्रेसी की इजाज़त है। ये भाजपा की तरह नहीं कि इंटरनल डेमोक्रेसी अलाउ ना करे। अगर कहीं गवर्नमेंट को राहें जा रही है, रास्ते पर नहीं जा रही,
अगर वो उनके इंपॉर्टेंट लीडर्स ये बात कहते हैं कि इस कुराहे जारी गवर्नमेंट को आप रास्ते पर लेकर आए, देयर इज नथिंग रॉन्ग इन इट। अगर कैप्टन साहब आपको बुलाते हैं या आपके पास आते हैं, इज ही वेलकम, और क्या रिएक्शन? मैंने तो आपको पहले कर दिया, कैप्टन साहब इधर आना चाहेंगे, मैं आगे उनका, देखो एक फैमिली, फैमिली मीन्स वी आर ऑल पार्ट ऑफ द कांग्रेस, आई हैव वर्कड अंडर हिम, हमारी कोई जो तुम्हें देखो अभी तक 4.5 साल में आप सारे मेरे भाई हैं, कोई भी मैंने बात ऐसी नहीं की जो जाती टैग, हमने हमेशा मुद्दों पर बात की, जहां गवर्नमेंट कुराहे है या गवर्नमेंट ने गलत काम किया, मैं आज भी सामने खड़ा हूं, कल भी सामने खड़ा हूं, मेरी ये आज भी ये पेशकश है, कल कैप्टन साहब फिर आना चाहेंगे, इट इज हिज ओन हाउस, हाउ कैन आई एवर से नो टू हिम, इधर कोई भी कांग्रेसमैन आना चाहे। लेकिन बादल साहब ये ਜਿਹੜੀ 3 ਮੈਂਬਰੀ ਜਿਹੜੀ ਕਮੇਟੀ ਸੀ, ਇਸ ਦੇ ਸਾਹਮਣੇ ਜਦੋਂ ਤੁਸੀਂ ਪੇਸ਼ ਹੋਣ ਲੱਗੇ, ਉਸ ਤੋਂ ਪਹਿਲਾਂ ਜਿਹੜੀ ਵਾਮ ਰੋਲਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਔਰ ਬਾਅਦ ਦੇ ਵਿੱਚ ਵੀ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਕਮੇਟੀ ਦੇ ਸਾਹਮਣੇ ਵੀ ਡੋਜ਼ੀਅਰ ਦਿੱਤੇ ਗਏ ਨੇ ਵਿਧਾਇਕਾਂ ਦੇ ਖਿਲਾਫ ਕਿ ਵਿਧਾਇਕ ਜਿਹੜੇ ਗਲਤ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ। ਜਦੋਂ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ, ਤੁਹਾਨੂੰ ਲੱਗਦਾ ਹੈ ਕਿ ਇੱਕ ਟੇਬਲ ਤੇ ਬੈਠਿਆ ਜਾ ਸਕਦਾ ਹੈ? ਦੇਖੋ ਇੱਕ ਗੱਲ ਮੇਰੀ ਸੁਣ ਲਓ, ਡੋਜ਼ੀਅਰ ਕੋਈ ਨਵੀਂ ਚੀਜ਼ ਨਹੀਂ ਹੈ, ਇਹ ਬਹੁਤ ਪੁਰਾਣਾ ਸ਼ਸਤਰ ਹੈ ਜਿਹੜਾ ਵਰਤਿਆ ਜਾਂਦਾ ਰਿਹਾ, ਸਾਰੀਆਂ ਜਮਾਤਾਂ ਵਰਤੀਆਂ, ਕੋਈ ਇਹੋ ਜੀ ਗੱਲ ਨਹੀਂ। ਜਿਹਨੇ ਤੇ ਕੋਈ ਗਲਤੀ, ਜਿਹਦੇ ਵਿੱਚ ਕੋਈ ਕਮੀ ਪੇਸ਼ੀ, ਉਹਨੂੰ ਤੇ ਡੋਜ਼ੀਅਰ ਤੋਂ ਕੋਈ ਡਰ ਖੌਫ ਹੁੰਦਾ। ਪਹਿਲੀ ਗੱਲ ਤੇ ਇਹਦੀ ਬਕਾਇਦਾ ਤੌਰ ਕੈਪਟਨ ਅਮਰਿੰਦਰ ਸਿੰਘ ਖੁਦ ਵੱਲੋਂ ਇਹਦਾ ਸਪਸ਼ਟੀਕਰਨ ਆ ਗਿਆ ਕਿ ਮੈਂ ਕੋਈ ਡੋਜ਼ੀਅਰ ਉੱਤੇ 3 ਮੈਂਬਰੀ ਕਮੇਟੀ ਨੂੰ ਦਿੱਤਾ, ਤੇ ਜੇ ਇਸ ਚੀਜ਼ ਨੂੰ ਜੇ ਤੁਹਾਨੂੰ ਸਾਬਤ ਹੋ ਜਾਂਦਾ ਕਿਸੇ ਗੱਲ ਦਾ, ਤੇ ਮੈਂ ਸਮਝਦਾ ਫਿਰ ਇਹ ਡੋਜ਼ੀਅਰ ਦੇਣਾ ਕੋਈ ਚੰਗੀ ਰੀਤ ਹੈ। ਡੈਮੋਕ੍ਰੇਸੀ ਦੇ ਵਿੱਚ ਇਹ ਰੀਤ ਚੰਗੀ ਨਹੀਂ, ਬਟ ਇਹ ਕੋਈ ਨਵੀਂ ਚੀਜ਼ ਨਹੀਂ। ਇਹ ਸ਼ੁਰੂ ਤੋਂ ਪਹਿਲੇ ਦਿਨ ਤੋਂ ਜਿੱਦਾਂ ਸਰਕਾਰ ਬਣੀ ਸੀ, ਉਦੋਂ ਤੋਂ ਸਾਰੇ ਦੇਸ਼ਾਂ ਵਿੱਚ ਇਸ ਕਿਸਮ ਦੇ ਕੰਮ ਚੱਲਦੇ ਹੀ ਨੇ। ਸੋ ਇਟ ਇਜ਼ ਅ ਪਾਰਟ ਆਫ ਗੇਮ, ਇਹ ਬਿਜ਼ਨਸ ਦੇ ਕੰਮ ਨੇ, ਕਾਰੋਬਾਰ ਦੇ ਵਿੱਚ ਇਹ ਚੱਲਦਾ, ਪਾਰਟੀਆਂ ਵਿੱਚ ਇਹੋ ਜਿਹਾ ਕੰਮ ਚੱਲਦਾ, ਥੋੜ੍ਹਾ ਜਿਹਾ ਨੱਪਣ ਦੀ ਕੋਸ਼ਿਸ਼ ਤਾਂ ਹਮੇਸ਼ਾ ਚੱਲਦੀ ਆਈ ਹੈ। ਜਿਹੜੇ ਇਮਾਨਦਾਰੀ ਨਾਲ ਆਪਣੀ ਛਾਤੀ ਠੋਕ ਕੇ ਆਪਣੇ ਆਪ 'ਚ ਫੇਤ ਰੱਖਦੇ ਨੇ, ਉਹ ਗੱਲ ਕਹਿੰਦੇ ਰਹਿੰਦੇ ਨੇ। ਸੋ ਇਹਦੇ 'ਚ ਮੈਂ ਇਹਨੂੰ ਕੋਈ ਬਹੁਤ ਜ਼ਿਆਦਾ ਵਜੂਦ ਇਸ ਗੱਲ ਨੂੰ। Bajwa sahab, you said that you have a difference of opinion with the Captain Abdul Singh. As you delivered this word to the High Command also, and now the difference of opinion still exists? 100%, it still exists. I have told them that the government, the working of the government has to be corrected. ਜਿਹੜੀ ਮੈਂ ਗੱਲ ਉਹਦੇ ਪੱਕਾ ਤੌਰ ਕਹੀ ਹੈ, ਜਿਹੜੇ ਇਰੀਟੈਂਟਸ ਨੇ, ਤੁਹਾਨੂੰ ਮੈਂ ਸਾਫ਼ ਦੱਸ ਦਿੱਤਾ, ਪੁਲਿਸ ਵਿੱਚ ਇਰੀਟੈਂਟਸ, ਇਹਦੇ ਵਿੱਚ CMO ਵਿੱਚ ਜਿਹੜੇ ਇਰੀਟੈਂਟਸ ਨੇ, ਜਿਹੜੀ ਐਡਵੋਕੇਟ ਜਨਰਲ ਦੀ ਵਰਕਿੰਗ 'ਚ ਇਰੀਟੈਂਟਸ ਨੇ, ਜਿਹੜੀਆਂ ਅਸੀਂ ਕੀਤੇ ਵਾਅਦੇ ਅਜੇ ਤੱਕ ਨਹੀਂ ਨਿਭਾ ਪਾਏ, ਉਹ ਇਰੀਟੈਂਟਸ ਨੇ, ਜਿਹੜੇ ਅਸੀਂ ਆਪਣੇ ਵਰਕਰਸ ਨੂੰ ਤੇ ਸਾਥੀਆਂ ਨੂੰ ਇੱਜ਼ਤ ਮਾਨ ਸਨਮਾਨ ਨਹੀਂ ਪਹੁੰਚ ਪਾਇਆ, ਉਹ ਇਰੀਟੈਂਟਸ ਨੇ। ਅੱਜ ਵੀ ਮੈਂ ਅਪੀਲ ਤੁਹਾਡੇ TV ਚੈਨਲਸ ਦੇ ਜ਼ਰੀਏ ਕਰਾਂਗਾ ਕੈਪਟਨ ਸਾਹਿਬ ਨੂੰ, ਜਿੰਨੇ IAS ਰਿਟਾਇਰਡ ਲਾਏ ਨੇ, ਕਿਰਪਾ ਕਰੋ ਜੇ ਇਮੀਡੀਏਟਲੀ ਤੁਸੀਂ ਉਹਨਾਂ ਨੂੰ ਲਾ ਕੇ ਤੇ ਕਾਂਗਰਸ ਦੇ ਵਰਕਰ ਸਾਥੀ ਬਣਾਓ, ਤੇ ਇੱਕ ਖੁਸ਼ੀ ਦੀ ਲਹਿਰ ਵਖਰਾ ਜਾਏਗੀ। ਫੈਸਲਾ ਅਗਲੀ ਇਲੈਕਸ਼ਨ ਦਾ ਤਾਂ ਪੰਜਾਬ ਦੇ ਲੋਕਾਂ ਨੇ ਕਰ। ਘੱਟ ਤੇ ਘੱਟ ਜੇ ਤੁਸੀਂ ਫੁੱਟ ਸੋਲਜਰ ਵੇਖੋ, ਲੜਾਈ ਹੋਣੀ ਫੁੱਟ ਸੋਲਜਰ ਨਾਲ, ਲੜਾਈ ਜਰਨੈਲਾਂ ਦੇ ਸਿਰ ਤੇ ਨਹੀਂ ਹੋਣੀ। ਜਿਹੜਾ ਤੁਹਾਡੇ ਬੂਥਾਂ ਤੇ ਬੈਠਾ ਤੇ ਬੂਥਾਂ ਤੱਕ ਵੋਟਰ ਲੈ ਕੇ ਆਂਦਾ, ਉਹਨੂੰ ਜਿਸ ਤਰ੍ਹਾਂ ਲਾਲੀ ਮਜੀਠੀਆ ਬਣਾਇਆ, ਸਾਰਿਆਂ ਨੇ ਕਟਿੰਗ ਅਕ੍ਰੋਸ ਸਾਰੇ ਸੈਕਸ਼ਨਸ ਜਾਂ ਫੈਕਸ਼ਨਸ ਜਿਹੜੇ ਪਾਰਟੀ ਦੇ ਹੈ, ਸਾਰਿਆਂ ਨੇ ਵੈਲਕਮ। ਅਸੀਂ ਇਹ ਚਾਹੁੰਦੇ ਹਾਂ ਜਿੰਨੇ ਰਿਟਾਇਰਡ ਬਿਊਰੋਕਰੈਟ ਨੇ, 25 34 ਸਾਲ 36 ਸਾਲ ਇਹਨਾਂ ਬੜੀਆਂ ਮੌਜਾਂ ਮਾਰ ਲਈ, ਇਹ ਕਿਸੇ ਦੇ ਨਹੀਂ, ਇਹ ਨਾ ਤੁਹਾਡੇ ਨੇ ਨਾ ਇਹਦੇ ਨੇ, ਇਹ ਤੇ ਉਹਦੇ ਨੇ ਜਿਹਦੀ ਸਰਕਾਰ ਹੈ। ਕਿਰਪਾ ਕਰਕੇ ਇਹਨਾਂ ਨੇ ਬੜਾ ਮਾਣ ਮਾਨਿਆ, ਇਹਨਾਂ ਨੂੰ ਬਾਹਰ ਕਰੋ। ਜਿਨ੍ਹਾਂ ਲੋਕਾਂ ਨੇ ਇੱਜ਼ਤ ਮਾਨ ਸਨਮਾਨ ਤੇ ਤੁਹਾਨੂੰ ਚੀਫ ਮਿਨਿਸਟਰ ਦੀ ਪੋਜੀਸ਼ਨ ਤੱਕ ਪਹੁੰਚਾਇਆ, ਉਹਨਾਂ ਨੂੰ ਤੋਂ ਮੈਂ ਅੱਜ ਵੀ ਇਹ ਗੱਲ ਕਹਾਂਗਾ ਮੇਰੀ। ਸੋ ਜਿੰਨਾ ਚਿਰ ਇਰੀਟੈਂਟਸ ਰਹਿਣਗੇ, ਉਹਨਾਂ ਚਿਰ ਅਸੀਂ ਆਪਣੀ ਗਵਰਨਮੈਂਟ ਨੂੰ ਸ਼ੀਸ਼ਾ ਵਿਖਾਉਂਦੇ ਰਵਾਂਗੇ। ਪ੍ਰਤਾਪ ਸਿੰਘ ਬਾਜਵਾ ਕਿਸੇ ਇਸ ਗੱਲ ਤੇ ਕੰਪਰੋਮਾਈਜ਼ ਨਹੀਂ। ਮੈਂ ਤੁਹਾਨੂੰ ਦੱਸ ਦਿੱਤਾ, ਮੈਂ ਕਿਸੇ ਪੋਜੀਸ਼ਨ ਦਾ ਗਾਹਕ ਹੀ ਨਹੀਂ, ਉੱਤੇ ਵੀ ਕਹਿ ਦਿੱਤਾ, ਤੁਹਾਡੇ ਸਾਹਮਣੇ ਵੀ ਕਹਿ ਦਿੱਤਾ, ਇਹ ਵੀ ਗੱਲ ਕਹਿ ਦਿੱਤੀ। ਬਾਕੀ ਜਦੋਂ ਮਿਲਣ ਮਿਲਾਨ ਦੀ ਗੱਲ, ਕੋਈ ਵੀ ਮੇਰੇ ਘਰ ਆਉਣਾ ਚਾਹੇ, ਸਰ ਨਵਜੋਤ ਸਿੰਘ ਸਿੱਧੂ ਆਉਣਾ ਚਾਹੇ, ਹੀ ਇਜ਼ ਮੋਸਟ ਵੈਲਕਮ, ਹੀ ਇਜ਼ ਅ ਯੰਗ ਬ੍ਰਦਰ ਟੂ ਮੀ। ਸਰ ਪ੍ਰਗਟ ਸਿੰਘ ਆਣ, ਸਾਰੇ ਮੇਰੇ ਵੀਰ ਭਰਾ ਆਉਂਦੇ ਨੇ। ਕੈਪਟਨ ਸਾਹਿਬ ਜਿੱਦਣ ਵੇਖੋ, ਜਿੱਦਣ ਆਉਣਗੇ ਮੈਂ ਤੁਹਾਨੂੰ ਇਤਲਾਹ ਦੇਵਾਂਗਾ ਤੇ ਦੱਸਾਂਗਾ ਕਿ ਆਏ ਨੇ, ਆਓ ਬੈਠੋ, ਸਾਰੇ ਉਹ ਫੋਟੋਆਂ ਖਿੱਚੀਆਂ ਜਾਣਗੀਆਂ। ਆਹ ਤੇ ਐਵੇਂ ਥੋੜੀਆਂ ਜਿਹੜੀਆਂ ਪਲਾਂਟਡ ਨੇ ਖੱਬੀਆਂ ਸਜੀਆਂ, ਇਹਦਾ ਕੋਈ ਫਾਇਦਾ ਕੋਈ ਨਹੀਂ ਹੈ। ਹਾਂ ਜਿੱਦਣ ਕਿਤੇ ਆਣਗੇ, ਇਤਲਾਹ ਆਏਗੀ, ਮੈਂ ਤੁਹਾਨੂੰ ਪਹਿਲੇ ਦੱਸ ਕੇ ਰੱਖਾਂਗਾ। ਉਹ ਮੇਰੇ ਵੀਰੋ, ਮੇਰਾ ਡਿਨਰ ਉਹਨਾਂ ਨੂੰ ਨਹੀਂ ਖਵਾਵਾਂਗੇ, ਤੁਹਾਨੂੰ ਵੀ ਨਾ। ਬਾਜਵਾ ਸਾਹਿਬ, ਪਿਛਲੀ ਚੋਣ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਮੇਰੀ ਆਖਰੀ ਚੋਣ ਹੈ, ਜਿਵੇਂ ਹੁਣ ਤੁਸੀਂ ਦੱਸਿਆ ਕਿ ਹਾਈ ਕਮਾਂਡ ਫੈਸਲਾ ਕਰੇਗੀ,
ਬਦਲਾਅ ਕਿਸ ਤਰੀਕੇ ਦੇ ਹੋ ਸਕਦੇ ਨੇ, ਤੁਸੀਂ ਕਿਹੜਾ ਚਿਹਰਾ ਦੇਖਦੇ ਹੈਗੇ ਹੋ ਵੀ ਅਗਲੀ ਜਿਹੜੀ ਹੈਗੀ ਆ, ਹਾਲਾਂਕਿ ਵਿਰੋਧੀ ਧਿਰਾਂ ਦਲਿਤ ਫੇਸ ਜਿਹੜਾ ਹੈਗਾ ਅੱਗੇ ਲੈ ਲਿਆ ਹੈ। ਦੇਖੋ ਮੈਂ ਕੁਝ ਇਹਦੇ ਤੇ ਟਿੱਪਣੀ ਨਹੀਂ ਕਰਨਾ ਚਾਹਾਂਗਾ, ਜਦੋਂ ਅਸੀਂ ਸਾਰੀ ਚੀਜ਼ ਹੀ ਪਾਰਟੀ ਹਾਈਕਮਾਂਡ ਤੇ ਛੱਡ ਦਿੱਤੀ ਹੈ। ਮੇਰਾ ਖਿਆਲ ਅੱਜ ਦਾ ਦਿਨ ਆਪਾਂ ਇੱਥੋਂ ਤੱਕ ਹੀ ਰੱਖੀਏ ਤੇ ਬੈਟਰ ਹੋਏਗਾ। ਬਹੁਤ ਬਹੁਤ ਮਿਹਰਬਾਨੀ। ਡੀਐਸਪੀ ਲਾਇਆ ਜਾ ਰਿਹਾ ਕਿਤੇ ਕਿ ਰੋਜ਼ਗਾਰ ਘਰ ਘਰ ਦੇਣ ਦੀ ਗੱਲ ਹੋਈ ਸੀ, ਹਾਂਜੀ, ਕਿਸ ਤਰ੍ਹਾਂ ਦੇਖਦੇ ਹੋ ਕਹਿੰਦੇ ਕਿ ਤੁਹਾਡੇ ਦੇਖੋ ਮੇਰੀ ਇਹ ਗੱਲ ਸੁਣ ਲਓ, ਮੈਂ ਕਿਸੇ ਵੀ ਆਪਣੇ ਫੈਮਿਲੀ ਮੈਂਬਰ ਦਾ, ਭਾਵੇਂ ਬ੍ਰਦਰ ਦਾ ਬੇਟਾ ਜਾਂ ਕੋਈ ਵੀ ਹੈ, ਮੈਂ ਇਹਨਾਂ ਦੀ ਕਿਸੇ ਦੀ ਸਪੋਰਟ ਤੇ ਹੈ। ਇਹ ਨਿੱਜੀ ਫੈਸਲਾ ਕੈਪਟਨ ਅਮਰਿੰਦਰ ਸਿੰਘ ਦਾ ਤੇ ਐਮਐਲਏ ਜਿਹੜੇ ਹੈ ਨੇ ਉਹਨਾਂ ਦੇ ਬੇਟੇ ਦਾ ਹੋਏਗਾ। ਪ੍ਰਤਾਪ ਸਿੰਘ ਬਾਜਵਾ ਉਸ ਨਾ ਕਦੀ ਉਹਨੇ ਸਿਫਾਰਿਸ਼ ਕੀਤੀ, ਨਾ ਮੈਂ ਕਰਾਂਗਾ। ਤੇ ਸੋ ਇਹ ਕੈਪਟਨ ਸਾਹਿਬ ਜਾਣਨ ਤੇ ਸਾਹਿਬ ਫਤਿਹ ਸਿੰਘ ਜਾਣਨ, ਜਾਂ ਜਿਹੜੇ ਪਾਂਡੇ ਸਾਹਿਬ ਨੇ ਉਹਨਾਂ ਦਾ ਨੌਜਵਾਨ ਦਾ, ਜਾਂ ਕੋਈ ਉਹਨਾਂ ਦੇ ਬੜੇ ਉਹ ਜਿਹੜੇ ਉਹ ਦੂਜੇ ਨੇ ਕਾਂਗੜ ਸਾਹਿਬ ਉਹਨਾਂ ਦੇ ਕਿਸੇ ਦਾ ਹੈ, ਇਹ ਇਹਨਾਂ ਦੀ ਆਪਸੀ ਗੱਲ ਹੈ। ਤੋ ਇਹ ਜਿਹੜੀ ਆਪਸੀ ਗੱਲ ਹੈ ਤਾਂ ਉਹਨਾਂ ਨੂੰ ਉਹ ਜਾਣਨ ਦੀ, ਉਹਦਾ ਮੇਰੀ ਰਿਸਪੌਂਸਿਬਿਲਿਟੀ ਕੋਈ ਨਹੀਂ। ਜਿੱਦਣ ਮੇਰੇ ਬੇਟੇ ਨੂੰ ਕੋਈ ਚੀਜ਼ ਮਿਲੇਗੀ ਸਿੱਧੇ ਤੌਰ ਉਦੋਂ ਤੁਸੀਂ ਮੈਨੂੰ ਰਿਸਪੌਂਸਿਬਲ ਕਰ ਸਕਦੇ ਹੋ। ਫੈਮਲੀਜ਼ ਦੇ ਵਿੱਚ ਵੀ ਤੁਹਾਨੂੰ ਪਤਾ ਦੋ ਦੋ ਪਰਿਵਾਰ ਹੈ ਇਹਦੇ 'ਚ, ਇੰਡੀਪੈਂਡੈਂਟ ਪਰਿਵਾਰ ਨੇ, ਕੋਈ ਵੀ ਇਸ ਟਾਈਮ ਸਿਆਸੀ ਪਰਿਵਾਰ ਇਹੋ ਜਿਹਾ ਨਹੀਂ ਜਿਹਦੀ ਤੁਸੀਂ ਸਹੁੰ ਇੱਕ ਦੂਜੇ ਦੀ ਖਾ ਸਕਦੇ। ਤੋ ਇਸ ਗੱਲ ਕਰ ਨੂੰ ਤੁਹਾਨੂੰ ਲੱਗਦਾ ਮਾਝੇ ਦੀ ਸਿਆਸਤ ਬਦਲਦੀ ਹੈਗੀ ਹੈ? ਬਾਜਵਾ ਸਾਹਿਬ ਕੁਝ ਨਹੀਂ ਬਦਲੇਗਾ, ਸਾਰਾ ਕੁਝ ਇਹੀ ਬਾਜਵਾ ਰਹੇਗਾ। ਸਾਹਿਬ ਆਖਰੀ ਸਵਾਲ ਲੈ ਲਓ, 20 ਤਰੀਕ ਤੋਂ ਬਾਅਦ ਕਿਸ ਤਰੀਕੇ ਦੇ ਬਦਲਾਅ ਹੋਣਗੇ? ਕੱਲ ਰਾਹੁਲ ਗਾਂਧੀ ਹੋਣਾ ਤਾਂ ਦੇਖੋ, ਬਰਥਡੇ ਵੀ ਆ, ਦਿੱਲੀ ਜਾ ਰਹੇ ਨੇ। 20 ਤਰੀਕ ਨੂੰ ਅਜੇ ਵੇਖੋ, ਉਹ ਵੀ ਤੁਹਾਨੂੰ ਮੈਂ ਕਲੀਅਰ ਕਰਾਂ, please, 20 ਤਰੀਕ ਦਾ ਕੋਈ ਕਿਸੇ ਨੂੰ ਸੱਦਾ ਨਹੀਂ ਆਇਆ। ਇਹ ਵੀ ਜਿਸ ਤਰ੍ਹਾਂ ਡਿਨਰ ਦੀ ਮੇਰੇ ਘਰ ਦੀ प्लांटेड खबर है, 20 वाली भी अजय तक तो मैंने प्लांटेड ही नजर नहीं 22 तारीख का कंफर्म हो गया अभी? नहीं, अभी किसी को बोला वहाँ पे कई मंत्रियों ने बोला कि 22 तारीख को बुलाया समझते गया। नहीं, पहले 20 का फिर 22 का, मेरा ख्याल नहीं अभी कुछ। हाँ, अगर किसी को आया मुझे मैसेज तो नहीं। पर ये समझते हो जे कि ये गुटबाजी जे नहीं खत्म होंदी, विरोधी धिरां फायदा चुक ਤੁਸੀਂ ਫਿਕਰ ਕਿਹੜੀ ਗੱਲੋਂ ਕਰਦੇ? ਸਾਰਾ ਕੁਝ ਮੁੱਕੇਗਾ। ਕਾਂਗਰਸ ਇੱਕ ਡਿਸਪਲਿਨ ਜਮਾਤ, ਇਹ ਕੋਈ ਫੈਮਿਲੀ ਰਨ ਕੋਈ ਟਰਸਟ ਹੈ ਨਹੀਂ, ਜਾਂ ਕੋਈ ਇਹੋ ਜਿਹਾ ਕੋਈ ਫੈਮਿਲੀ ਕਾਰਪੋਰੇਸ਼ਨ ਹੈ ਨਹੀਂ ਕਿ ਉਹਦੇ ਮੁਤਾਬਕ ਚੱਲਣਾ ਪਏ। ਇਹ ਇੱਕ ਆਰਗੇਨਾਈਜ਼ ਜਮਾਤ ਹੈ। ਇਹ ਆਰਗੇਨਾਈਜ਼ ਜਮਾਤ ਹਮੇਸ਼ਾ ਡਿਸਪਲਿਨ ਰਹੀ। ਪਿਛਲੀ ਵਾਰ ਵੀ ਜਦੋਂ ਮੇਰੇ ਕੋਲ ਪ੍ਰਧਾਨਗੀ ਲਈ ਗਈ, ਇਸ ਤੋਂ ਵੱਡੀ ਗੱਲ ਤਾਂ ਨਹੀਂ ਹੋ ਸਕਦੀ। ਮੈਂ ਉਹ ਸਟੇਜ ਉੱਤੇ ਆਪਣਾ ਕਾਂਗਰਸ ਦਾ ਝੰਡਾ ਹੈਂਡਿੰਗ ਓਵਰ ਜਿਹੜਾ ਫਲੈਗ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਸੀ, ਤੇ ਮੈਂ ਉੱਥੇ ਬੋਲਦੇ ਕਿਹਾ ਸੀ ਕਿ ਇਹੋ ਜਿਹੀ 100 ਪ੍ਰਧਾਨਗੀ ਪ੍ਰਤਾਪ ਸਿੰਘ ਬਾਜਵਾ ਆਪਣੀ ਪਾਰਟੀ ਵਾਸਤੇ ਤੇ ਪੰਜਾਬ ਦੇ ਲੋਕਾਂ ਵਾਸਤੇ ਵਾਰ ਕੇ ਸੁਣ ਸਕਦੇ। ਤੋ ਇਸ ਗੱਲ ਕਰ, ਸਾਡੇ ਵਿੱਚ ਜਜ਼ਬਾ ਕੁਰਬਾਨੀ ਦਾ ਵੀ ਪਾਰਟੀ ਤੁਹਾਨੂੰ ਲੱਗਦਾ ਜਲਾਨੀ ਅਗਸਤ ਦਾ ਟਾਈਮ ਬਹੁਤ ਥੋੜਾ ਹੈ ਅਜੇ 6 ਮਹੀਨੇ ਦਾ ਚੁਣਾਵ ਆ ਰਹੇ ਟਾਈਮ ਜਲਦੀ। ਹੈ। ਤੁਸੀਂ ਇਹ ਵੇਖੋ, ਜਦੋਂ ਤੁਸੀਂ 올림픽ਸ ਦੀ ਤਿਆਰੀ ਕਰੀਦੀ ਹੈ, ਜਿਹੜਾ ਅਖੀਰਲਾ ਕੈਂਪ ਹੁੰਦਾ ਨਾ, ਅਖੀਰਲੇ 6 ਮਹੀਨਿਆਂ ਵਾਲਾ, ਉਹੀ ਤੁਹਾਡੇ ਜਿਸਮ ਨੂੰ ਤਿਆਰ ਕਰਕੇ ਤੇ ਫਾਈਨਲ ਰਿਜ਼ਲਟ ਵਾਸਤੇ ਆ 6 ਮਹੀਨੇ ਹੀ ਕ੍ਰੂਸ਼ਲ। ਸਰ ਸਾਡੇ ਜੋ ਚੀਜ਼ ਸਾਡੇ 4 ਸਾਲ ਵਿੱਚ ਨਹੀਂ ਹੋ बाजवा साहब, 2 मिनट का टाइम दे दीजिएगा प्लीज।